ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟਿਊਟਰ। ਇਸ ਵੀਡੀਓ ਦੇ ਵਿੱਚ ਆਪਾਂ ਕੁਐਸਚਨ ਆਨਸਰ ਨੂੰ ਡਿਸਕਸ ਕਰਾਂਗੇ। ਮੈਂ ਤੁਹਾਨੂੰ ਇਸ ਕਰਕੇ ਪਹਿਲਾ ਲੈਸਨ ਪੜ੍ਹਾਉਂਦੀ ਹਾਂ ਤਾਂ ਜੋ ਲੈਸਨ ਦੇ ਵਿੱਚ ਕੋਈ ਵੀ ਟੌਪਿਕ ਛੁੱਟ ਨਾ ਜਾਵੇ, ਕਿਉਂਕਿ ਕੁਐਸਚਨ ਆਨਸਰ ਦੇ ਵਿੱਚ ਆਪਾਂ ਸਭ ਨੂੰ ਕਵਰ ਨਹੀਂ ਕਰ ਪਾਵੇਂ। ਕੁਐਸਚਨ ਦੇ ਵਿੱਚ ਆਪਾਂ ਕੀ ਹੋ ਜਾਂਦੀ ਹੈ, ਆਪਣੇ ਚੈਪਟਰ ਦੀ ਰਿਵੀਜ਼ਨ ਹੋ ਜਾਂਦੀ ਹੈ। ਠੀਕ ਹੈ ਜੀ, ਆਪਾਂ ਕੁਐਸਚਨ ਆਨਸਰ ਦੇ ਵਿੱਚ ਪੂਰਾ ਚੈਪਟਰ ਕਲੀਅਰ ਨਹੀਂ ਕਰ ਸਕਦੇ। ਠੀਕ ਹੈ ਜੀ, ਤਾਂ ਚਲੋ ਹੁਣ ਬਿਨਾਂ ਟਾਈਮ ਵੇਸਟ ਕੀਏ ਆਪਾਂ ਸ਼ਾਰਟ ਕੁਐਸਚਨ ਆਨਸਰ ਡਿਸਕਸ ਕਰਦੇ ਹਾਂ, ਫਿਰ ਲੌਂਗ ਕਰਾਂਗੇ। ਠੀਕ ਹੈ ਜੀ, ਤਾਂ ਫਸਟ ਕੁਐਸਚਨ ਇੱਥੇ ਇਹ ਹੈ ਕਿ ਤੇਜ਼ ਉਦਯੋਗੀਕਰਨ ਦੀ ਲੋੜ ਸੰਬੰਧੀ ਕੋਈ ਇੱਕ ਕਾਰਨ ਲਿਖਣਾਗਾ ਕਿ ਜਿਹਦੇ ਨਾਲ ਆਪਾਂ ਉਦਯੋਗੀਕਰਨ ਨੂੰ ਤੇਜ਼ ਕਰ ਸਕਦੇ ਹਾਂ। ਤਾਂ ਉਹਦਾ ਉੱਤਰ ਹੈ ਰਾਸ਼ਟਰੀ ਆਮਦਨ ਅਤੇ ਪ੍ਰਤੀ ਵਿਅਕਤੀ ਆਮਦਨ ਨੂੰ ਇਨਕਰੀਜ਼ ਕਰਨਾ। ਠੀਕ ਹੈ ਜੀ, ਰਾਸ਼ਟਰੀ ਆਮਦਨ ਨੂੰ ਇਨਕਰੀਜ਼ ਕਰੀਏ ਤੇ ਪ੍ਰਤੀ ਵਿਅਕਤੀ ਆਮਦਨ ਨੂੰ ਕੀ ਕਹਿੰਦੇ ਆ, ਔਸਤ ਆਮਦਨ ਵੀ ਕਹਿੰਦੇ ਆ। ਪਿਛਲੀ ਵੀਡੀਓ ਦੇ ਵਿੱਚ ਪੜ੍ਹਿਆ ਸੀ ਆਪਾਂ ਨੇ। ਠੀਕ ਹੈ ਜੀ, ਵੈਸੇ ਹੁੰਦੀ ਕੀ ਹੈ ਪ੍ਰਤੀ ਵਿਅਕਤੀ ਆਮਦਨ ਹੁੰਦੀ ਹੈ ਕੱਲੇ ਵਿਅਕਤੀ ਦੀ ਆਮਦਨ। ਠੀਕ ਹੈ ਜੀ, ਜਿਵੇਂ ਰਾਮ ਸ਼ਾਮ, ਠੀਕ ਹੈ ਜੀ, ਇਹ ਦੋਨਾਂ ਦੀ ਮੰਨ ਲਓ ਇਹ ਮਿਲ ਕੇ ਇਕੱਲੇ ਵਿਅਕਤੀ ਦੀ ਆਮਦਨ ਮਿਲ ਕੇ ਹੀ ਕੀ ਬਣਦੀ ਹੁੰਦੀ ਹੈ, ਰਾਸ਼ਟਰੀ ਆਮਦਨ ਬਣਦੀ ਹੁੰਦੀ ਹੈ। ਠੀਕ ਹੈ ਜੀ, ਮੁੱਢਲੇ ਉਦਯੋਗਾਂ ਦੇ ਕੋਈ ਦੋ ਉਦਾਹਰਨ ਲਿਖਣੇ ਨੇ। ਮੁੱਢਲੇ ਉਦਯੋਗ, ਠੀਕ ਹੈ ਜੀ, ਲੋਹਾ ਅਤੇ ਇਸਪਾਤ ਉਦਯੋਗ, ਸੀਮਿੰਟ ਉਦਯੋਗ। ਮੁੱਢਲੇ ਉਦਯੋਗ ਜਿਨ੍ਹਾਂ ਦੇ ਵਿੱਚ ਆਪਾਂ ਕੁਦਰਤ ਦੁਆਰਾ ਜਿਹੜੀ ਚੀਜ਼ਾਂ ਨੂੰ ਕੁਦਰਤ ਦੁਆਰਾ ਜਿਹੜੇ ਮਿਲੇ ਤੋਹਫੇ ਨੇ ਉਹਦੇ ਦੁਆਰਾ ਉਤਪਾਦਨ ਕਰਦੇ ਹੁੰਦੇ ਆ। ਤਾਂ ਲੋਹਾ ਅਤੇ ਇਸਪਾਤ ਉਦਯੋਗ, ਸੀਮਿੰਟ ਉਦਯੋਗ। ਠੀਕ ਹੈ ਜੀ, ਇਹ ਮੁੱਢਲੇ ਉਦਯੋਗ ਨੇ। ਨੈਕਸਟ ਕੀ ਹੈ, ਕੁਟੀਰ ਉਦਯੋਗਾਂ ਤੋਂ ਕੀ ਭਾਵ ਹੈ। ਕੁਟੀਰ ਉਦਯੋਗ ਆਪਣੇ ਬਹੁਤ ਹੀ ਅੱਛੇ ਨਾਲ ਇਹ ਟੌਪਿਕ ਪੂਰਾ ਡਿਸਕਸ ਕੀਤਾ ਹੋਇਆ, ਉਹ ਵੀਡੀਓ ਦੇਖਿਓ ਅਗਰ ਜੇ ਤੁਹਾਨੂੰ ਨਹੀਂ ਦੇਖੀ ਹੋਊਗੀ ਤਾਂ। ਕੁਟੀਰ ਉਦਯੋਗਾਂ ਤੋਂ ਭਾਵ ਹੈ ਉਸ ਉਦਯੋਗਾਂ ਤੋਂ ਹੈ ਜੋ ਕਿ ਪਰਿਵਾਰ ਦੇ ਮੈਂਬਰ ਦੁਆਰਾ ਇੱਕ ਹੀ ਛੱਤ ਦੇ ਹੇਠ ਪੂਰੀ ਤਰ੍ਹਾਂ ਜਾਂ ਅੰਸ਼ਿਕ ਰੂਪ ਵਿੱਚ ਚਲਾਇਆ ਜਾਂਦਾ ਹੈ। ਯਾਨੀ ਕਿ ਇਹਦੇ ਵਿੱਚ ਸਿਰਫ ਪਰਿਵਾਰ ਦੇ ਮੈਂਬਰ ਹੀ ਸ਼ਾਮਿਲ ਹੁੰਦੇ ਨੇ ਔਰ ਘਰ ਦੇ ਵਿੱਚ ਹੀ ਆਪਾਂ ਸਥਾਪਿਤ ਕਰ ਸਕਦੇ ਹਾਂ। ਠੀਕ ਹੈ ਜੀ, ਲਘੂ ਉਦਯੋਗ ਕੀ ਹੁੰਦੇ ਨੇ। ਲਘੂ ਉਦਯੋਗ ਉਹ ਉਦਯੋਗ ਹੁੰਦੇ ਨੇ ਜਿਨ੍ਹਾਂ ਵਿੱਚ 3 ਕਰੋੜ ਤੱਕ ਦਾ ਵਧੀ ਪੂੰਜੀ ਦਾ ਨਿਵੇਸ਼ ਹੋਇਆ ਹੁੰਦਾਗਾ। ਲਘੂ ਉਦਯੋਗਾਂ ਦੀ ਇੱਕ ਸਮੱਸਿਆ ਲਿਖੋ। ਲਘੂ ਉਦਯੋਗਾਂ ਦੀ ਇੱਕ ਸਮੱਸਿਆ ਕੀ ਹੈ, ਕੱਚੇ ਮਾਲ ਦੀ ਸਮੱਸਿਆ ਲਿਖ ਸਕਦੇ ਹਾਂ, ਬਿਜਲੀ ਦੀ ਸਮੱਸਿਆ ਲਿਖ ਸਕਦੇ ਹਾਂ, ਟਰਾਂਸਪੋਰਟ ਦੀ ਸਮੱਸਿਆ ਲਿਖ ਸਕਦੇ ਹਾਂ, ਕਈ ਸਾਰੀ ਸਮੱਸਿਆ ਨੇ, ਪਰ ਇੱਕ ਪੁੱਛਿਆ ਤਾਂ ਆਪਾਂ ਇੱਕ ਲਿਖ ਦਿੰਦੇ ਹਾਂ। ਠੀਕ ਹੈ ਜੀ, ਇੱਥੇ ਆਪਣੇ ਜੋ ਸ਼ਾਰਟ ਕੁਐਸਚਨ ਆਨਸਰ ਨੇ ਇੱਕ 1 ਵਰਡ ਦੇ ਕੁਐਸਚਨ ਸੀਗੇ। ਅਗਰ ਜੇ ਤੁਸੀਂ ਲੈਸਨ ਪੜ੍ਹਿਆ ਹੋਗਾ ਨਾ ਤੇ ਤੁਸੀਂ ਮੂੰਹ ਜਵਾਨੀ ਹੀ ਆਨਸਰ ਦੇ ਸਕਦੇ ਹੋ ਇਹਦਾ। ਠੀਕ ਹੈ ਜੀ, ਤਾਂ ਚਲੋ ਹੁਣ ਲੌਂਗ ਕੁਐਸਚਨ ਆਨਸਰ ਦੇ ਉੱਤੇ ਆਈਏ। ਤਾਂ ਫਸਟ ਲੌਂਗ ਕੁਐਸਚਨ ਕੀ ਹੈ ਆਪਣਾ, ਭਾਰਤ ਵਿੱਚ ਤੇਜ਼ ਅਤੇ ਸੰਤੁਲਿਤ ਉਦਯੋਗੀਕਰਨ ਦੀ ਲੋੜ ਦੇ ਕਾਰਨ ਲਿਖੋ। ਵੀ ਆਪਾਂ ਕਿਉਂ ਚਾਹੁੰਦੇ ਹਾਂ ਕਿ ਇੰਡੀਆ ਦੇ ਵਿੱਚ ਤੇਜ਼ ਅਤੇ ਸੰਤੁਲਿਤ ਉਦਯੋਗੀਕਰਨ ਹੋਵੇ। ਤੇ ਇਹਦੇ ਕਾਰਨ ਇਹ ਨੇ ਕਿ ਉਦਯੋਗਾਂ ਦੇ ਵਿਕਾਸ ਨਾਲ ਰਾਸ਼ਟਰੀ ਆਮਦਨ ਵਿੱਚ ਬਹੁਤ ਤੇਜ਼ ਵਾਧਾ ਹੁੰਦਾ ਹੈ। ਸਿੱਧਾ ਪੁਆਇੰਟ ਨਹੀਂ ਲਿਖੀਦਾ ਹੁੰਦਾ ਕਦੇ ਵੀ। ਜਿਵੇਂ ਤੁਹਾਨੂੰ ਮਤਲਬ ਕੁਐਸਚਨ ਆਨਸਰ ਦੇ ਟਾਈਪ ਦੱਸਾਂ ਕਿ ਵੀ ਕਿਸ ਤਰ੍ਹਾਂ ਆਨਸਰ ਸਟਾਰਟ ਕਰਨਾ ਚਾਹੀਦਾ। ਤਾਂ ਜੋ ਕੁਐਸਚਨ ਪੁੱਛਿਆ ਹੁੰਦਾਗਾ ਤਾਂ ਉਹਦੇ ਉੱਤੇ ਜੇ ਅਗਰ ਤੁਸੀਂ ਪੁਆਇੰਟ ਵਾਈਜ਼ ਲਿਖਣਾ ਚਾਹੁੰਦੇ ਹੋ ਤਾਂ ਉਹਦੇ ਉੱਤੇ ਲਿਖੋ ਕਿ ਭਾਰਤ ਵਿੱਚ ਤੇਜ਼ ਅਤੇ ਸੰਤੁਲਿਤ ਉਦਯੋਗੀਕਰਨ ਦੇ ਕਾਰਨ ਜੇ ਬਹੁਤ ਸਾਰੇ ਹਨ, ਇਹਦੇ ਵਿੱਚ ਜੋ ਕੁਝ ਕਾਰਨ ਹਨ ਉਹ ਹੇਠ ਲਿਖੇ ਹਨ। ਠੀਕ ਹੈ ਜੀ, ਫਿਰ ਉਸ ਤੋਂ ਬਾਅਦ ਪੁਆਇੰਟ ਲਿਖਣਾ ਸਟਾਰਟ ਕਰੋ, ਫਿਰ ਉਹ ਜ਼ਿਆਦਾ ਥੋੜਾ ਅਟਰੈਕਟਿਵ ਲੱਗਦਾ ਹੁੰਦਾ ਆਨਸਰ। ਠੀਕ ਹੈ ਜੀ, ਤਾਂ ਫਸਟ ਪੁਆਇੰਟ ਕੀ ਹੈ, ਉਦਯੋਗਾਂ ਦੇ ਵਿਕਾਸ ਨਾਲ ਰਾਸ਼ਟਰੀ ਆਮਦਨ ਵਿੱਚ ਬਹੁਤ ਤੇਜ਼ ਵਾਧਾ ਹੁੰਦਾ ਹੈ। ਫਸਟ ਕਾਰਨ ਕੀ ਹੈ ਕਿ ਜੇ ਉਦਯੋਗਾਂ ਦਾ ਵਿਕਾਸ ਹੋਊਗਾ ਤਾਂ ਰਾਸ਼ਟਰੀ ਆਮਦਨ ਕੀ ਹੋਊਗੀ, ਵਧੂਗੀ। ਠੀਕ ਹੈ ਜੀ, ਇਤਿਹਾਸ ਇਹ ਗੱਲ ਦਾ ਗਵਾਹ ਹੈ ਕਿ ਉਦਯੋਗਾਂ ਦੇ ਵਿਕਾਸ ਵਿੱਚ ਦੋਹਾਂ ਦੀ ਆਮਦਨ ਵਿੱਚ ਵਾਧਾ ਕਰਕੇ ਗਰੀਬੀ ਦੀ ਜ਼ੰਜੀਰਾਂ ਤੋਂ ਕੱਟਿਆ ਜਾ ਸਕਦਾ ਹੈ। ਯਾਨੀ ਇਤਿਹਾਸ ਇਹ ਦੱਸਦਾਗਾ ਕਿ ਅਗਰ ਜੇ ਆਪਾਂ ਚਾਹੀਏ ਕਿ ਉਦਯੋਗਾਂ ਦਾ ਵਿਕਾਸ ਕਰ ਲਈਏ ਤਾਂ ਉਦਯੋਗਾਂ ਦੇ ਵਿਕਾਸ ਹੋਊਗਾ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਤਾਂ ਗਰੀਬੀ ਦੂਰ ਹੋਊਗੀ। ਯਾਨੀ ਕਿ ਗਰੀਬੀ ਦੀ ਜੋ ਜੰਜੀਰ ਲੱਗੀ ਹੋਈ ਹੈ ਭਾਰਤ ਦੇ ਉੱਤੇ ਉਹ ਖਤਮ ਹੋ ਜੂਗੀ। ਠੀਕ ਹੈ ਜੀ, ਨੈਕਸਟ ਪੁਆਇੰਟ ਕੀ ਹੈ ਆਪਣਾ, ਉਦਯੋਗਾਂ ਦੇ ਵਿਕਾਸ ਕਰਨ ਦੇ ਨਾਲ ਰਾਸ਼ਟਰੀ ਆਮਦਨ ਵਧੂਗੀ। ਰਾਸ਼ਟਰੀ ਆਮਦਨ ਦੇ ਨਾਲ ਬਚਤਾਂ ਵਿੱਚ ਵੀ ਵਾਧਾ ਹੋਊਗਾ। ਬਚਤਾਂ ਪੂੰਜੀ ਨਿਰਮਾਣ ਦੇ ਲਈ ਜ਼ਰੂਰੀ ਹੁੰਦੀਆਂ। ਬਚਤਾਂ ਪੂੰਜੀ ਨਿਰਮਾਣ ਲਈ ਕਿਵੇਂ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜੇ ਬਚਤ ਕਰਾਂਗੇ ਤਾਂ ਬਚਤ ਤੋਂ ਹੀ ਇਨਵੈਸਟਮੈਂਟ ਦਾ ਰੂਪ ਧਾਰਨ ਕਰਦੀ ਹੈ। ਬਚਤ ਹੀ ਇਨਵੈਸਟਮੈਂਟ ਦਾ ਰੂਪ ਧਾਰਨ ਕਰਦੀ ਆ। ਫਲਸਰੂਪ ਦੇਸ਼ ਦਾ ਆਰਥਿਕ ਵਿਕਾਸ ਵੀ ਤੇਜ਼ ਹੋਵੇਗਾ। ਠੀਕ ਹੈ ਜੀ, ਜੇ ਲੋਕ ਬਚਤ ਕਰਨਗੇ ਉਹਨਾਂ ਫਿਰ ਉਹ ਕੀ ਕਰਨਗੇ, ਕਹਿਣਗੇ ਕਿ ਚਲੋ ਮੈਂ ਹੁਣ ਦੂਸਰੀ ਇੰਡਸਟਰੀ ਵੀ ਲਗਾ ਲੈਣਾ ਜਾਂ ਫਿਰ ਦੂਸਰਾ ਹੋਰ ਛੋਟਾ ਮੋਟਾ ਕਾਰੋਬਾਰ ਤੋਂ ਪੈਸਾ ਲਗਾ ਦੇਣਾ ਆ। ਠੀਕ ਹੈ ਜੀ, ਉਦਯੋਗਾਂ ਦੇ ਵਿਕਾਸ ਨਾਲ ਰੁਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਹੋਊਗਾ, ਰੁਜ਼ਗਾਰ ਮਿਲੂਗਾ ਲੋਕਾਂ ਨੂੰ। ਜਨਸੰਖਿਆ ਦਾ ਜੋ ਭਾਰ ਹੈ ਧਰਤੀ ਦੇ ਉੱਤੇ ਉਹ ਘਟੂਗਾ। ਠੀਕ ਹੈ ਜੀ, ਐਂ ਵੀ ਲਿਖ ਸਕਦੇ ਹੋ ਖੇਤੀ ਦਾ ਵਿਕਾਸ ਹੋਊਗਾ। ਠੀਕ ਹੈ ਜੀ, ਔਰ ਅਸਲ ਦੇ ਵਿੱਚ ਤੇਜ਼ ਉਦਯੋਗੀਕਰਨ ਤੇਜ਼ ਖੇਤੀ ਵਿਕਾਸ ਲਈ ਜ਼ਰੂਰੀ ਹੈ। ਜੇ ਆਪਾਂ ਚਾਹੁੰਦੇ ਹਾਂ ਕਿ ਤੇਜ਼ ਉਦਯੋਗੀਕਰਨ ਹੋਵੇ ਤਾਂ ਤੇਜ਼ ਉਦਯੋਗੀਕਰਨ ਹੋਊਗਾ ਤਾਂ ਤੇਜ਼ ਖੇਤੀਕਰਨ ਵੀ ਹੋਊਗਾ, ਯਾਨੀ ਖੇਤਾਂ ਦਾ ਵਿਕਾਸ ਹੋਊਗਾ। ਇੱਥੇ ਆਪਾਂ ਨੇ ਕੁਝ 4 ਪੁਆਇੰਟ ਡਿਸਕਸ ਕਰੇ ਨਾ, 5 ਪੁਆਇੰਟ ਤੁਸੀਂ ਲਿਖ ਸਕਦੇ ਹੋ ਅਗਰ ਜੇ 5 ਨੰਬਰ ਦਾ ਕੁਐਸਚਨ ਆਉਂਦਾਗਾ। ਔਰ ਹਮੇਸ਼ਾ ਟਰਾਈ ਕਰਿਆ ਕਰੋ ਕਿ ਪੁਆਇੰਟਾਂ ਦੇ ਵਿੱਚ ਆਨਸਰ ਲਿਖਣ ਦੀ, ਅਗਰ ਜੋ ਪੁਆਇੰਟਾਂ ਵਾਲਾ ਆਨਸਰ ਹੈ ਤਾਂ ਪੁਆਇੰਟ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰਿਆ ਕਰੋ, ਤਾਂ ਉਹ ਅੱਛੇ ਮਾਰਕਸ ਮਿਲਦੇ ਹੁੰਦੇ ਨੇ। ਠੀਕ ਹੈ ਜੀ,
ਇੱਥੇ ਆਪਾਂ ਪੜ੍ਹਿਆ ਰਾਸ਼ਟਰੀ ਆਮਦਨ ਇਨਕਰੀਜ਼ ਹੋਵੇਗੀ, ਪ੍ਰਤੀ ਵਿਅਕਤੀ ਆਮਦਨ ਇਨਕਰੀਜ਼ ਹੋਊਗੀ, ਲੋਕਾਂ ਦਾ ਜੀਵਨ ਪੱਧਰ ਇਨਕਰੀਜ਼ ਹੋਊਗਾ, ਖੇਤੀ ਦਾ ਵਿਕਾਸ ਹੋਊਗਾ, ਗਰੀਬੀ ਦੂਰ ਹੋਊਗੀ। ਠੀਕ ਹੈ ਜੀ, ਜੋ ਜਨਸੰਖਿਆ ਦਾ ਭਾਰ ਹੈ ਖੇਤੀ ਦੇ ਉੱਤੇ ਉਹ ਘਟੂਗਾ। ਠੀਕ ਹੈ ਜੀ, ਲੋਕਾਂ ਦਾ ਆਪਾਂ ਆਯਾਤ ਦੇ ਵਿੱਚ ਵਾਧਾ ਹੋਊਗਾ, ਰਾਸ਼ਟਰੀ ਆਮਦਨ ਦੇ ਵਿੱਚ ਜੋ ਵਿਦੇਸ਼ੀ ਮੁਦਰਾ ਹੈ ਉਹਦੇ ਵਿੱਚ ਵੀ ਵਾਧਾ ਹੋਊਗਾ। ਠੀਕ ਹੈ ਜੀ, ਦੂਸਰੇ ਦੇਸ਼ਾਂ ਦੇ ਨਾਲ ਸੰਬੰਧ ਆਪਣੇ ਸਹੀ ਬਣਨਗੇ ਜੇ ਵਪਾਰ ਕਰਾਂਗੇ ਤਾਂ। ਠੀਕ ਹੈ ਜੀ, ਤਾਲਮੇਲ ਬਣੂਗੀ ਦੂਸਰੇ ਦੇਸ਼ਾਂ ਦੇ ਨਾਲ। ਠੀਕ ਹੈ ਜੀ, ਨਵੀਂ ਟੈਕਨੋਲੋਜੀ ਦਾ ਵਿਕਾਸ ਹੋਊਗਾ, ਉਤਪਾਦਨ ਸ਼ਕਤੀ ਵਧੂਗੀ। ਠੀਕ ਹੈ ਜੀ, ਇਹ ਹੈ ਪੁਆਇੰਟ। ਨੈਕਸਟ ਕੁਐਸਚਨ ਕੀ ਹੈ ਆਪਣਾ, ਭਾਰਤ ਦੇ ਉਦਯੋਗਿਕ ਵਿਕਾਸ ਦੀ ਵਰਤਮਾਨ ਸਥਿਤੀ ਕੀ ਹੈ। ਹੁਣ ਉਦਯੋਗਿਕ ਜੋ ਇੰਡਸਟਰੀ ਹੈ ਉਹ ਕਿਹੋ ਜਿਹੀ ਹੈ, ਇਹਦਾ ਵਿਕਾਸ ਕਿੰਨਾ ਹੋਇਆਗਾ ਹੁਣ ਦੇ ਟਾਈਮ ਦੇ ਵਿੱਚ। ਭਾਰਤ ਦੇ ਉਦਯੋਗਿਕ ਵਿਕਾਸ ਦੀ ਵਰਤਮਾਨ ਸਥਿਤੀ ਇਸ ਤਰ੍ਹਾਂ ਕੀ ਆਪਣਾ ਫਸਟ ਪੁਆਇੰਟ, ਮਜ਼ਬੂਤ ਉਦਯੋਗਿਕ ਢਾਂਚਾ ਕਿਹੋ ਜਿਹਾ ਹੈ ਹੁੰਦਾ, ਮਜ਼ਬੂਤ ਉਦਯੋਗਿਕ ਢਾਂਚਾ। ਕਿਉਂਕਿ ਕਿਸੇ ਵੀ ਉਦਯੋਗ ਦਾ ਢਾਂਚਾ ਕੀ ਹੋਣਾ ਚਾਹੀਦਾ, ਮਜ਼ਬੂਤ ਹੋਣਾ ਚਾਹੀਦਾ, ਜੋ ਕਿ ਹੁਣ ਕਾਫੀ ਮਜ਼ਬੂਤ ਹੈ। ਨੰਬਰ 2 ਆਧੁਨਿਕਰਨ, ਕਈ ਉਦਯੋਗਾਂ ਦੇ ਆਧੁਨਿਕਰਨ ਦੁਆਰਾ ਉਤਪਾਦਨ ਤਕਨੀਕ ਨੂੰ ਆਧੁਨਿਕਰਨ ਮਤਲਬ ਨਿਊ ਟੈਕਨੋਲੋਜੀ ਦੇ ਨਾਲ ਜੋੜਨਾ ਉਦਯੋਗਾਂ ਨੂੰ। ਠੀਕ ਹੈ ਜੀ, ਹੁਣ ਕਾਫੀ ਹੱਦ ਤੱਕ ਉਦਯੋਗਾਂ ਦੇ ਵਿੱਚ ਕੀ ਕੀਤੀ ਜਾਂਦੀ ਹੈ, ਨਿਊ ਟੈਕਨੋਲੋਜੀ ਨੂੰ ਅਪਣਾਇਆ ਜਾਂਦਾਗਾ, ਜਿਸ ਨਾਲ ਉਤਪਾਦਨ ਦੀ ਗੁਣਵੱਤਾ ਕੀ ਹੋ ਜਾਂਦੀ ਹੈ, ਵੱਧ ਜਾਂਦੀ ਹੈ। ਸਰਵਜਨਕ ਖੇਤਰ ਦਾ ਵਿਕਾਸ ਕੀਤਾ ਗਿਆ। ਸਰਵਜਨਕ ਖੇਤਰ ਯਾਨੀ ਕਿ ਸਰਕਾਰੀ ਖੇਤਰ, ਜਿਹੜੇ ਕਿ ਸਰਕਾਰ ਦੇ ਔਰ ਨਿੱਜੀ ਖੇਤਰ ਦੋਹਾਂ ਦੇ ਖੇਤਰ ਹੁੰਦੇ ਨੇ, ਉਹਨਾਂ ਨੂੰ ਵਿਕਾਸ ਦੇ ਉੱਤੇ ਜ਼ੋਰ ਦਿੱਤਾ ਗਿਆ। ਗਿਣਤੀ ਦੇ ਵਿੱਚ 5 ਸੀ ਅਤੇ ਹੁਣ ਇਹ 240 ਹੋ ਗਿਆ। ਯਾਨੀ ਕਿ ਸਰਵਜਨਕ ਖੇਤਰ ਦੇ ਉਦਯੋਗਾਂ ਦੀ ਗਿਣਤੀ ਕਿੰਨੀ ਸੀ, 5 ਸੀਗੀ ਪਹਿਲਾਂ, ਹੁਣ ਇਹ ਕਿੰਨੀ ਹੋ ਗਈ, 240 ਹੋ ਗਈ। ਅਧੋਸੰਰਚਨਾ ਦਾ ਨਿਰਮਾਣ। ਠੀਕ ਹੈ ਜੀ, ਉਦਯੋਗਿਕ ਵਿਕਾਸ ਨਾਲ ਅਧੋਸੰਰਚਨਾ ਦੀ ਬਹੁਤ ਲੋੜ ਹੁੰਦੀ ਹੈ। ਭਾਰਤ ਵਿੱਚ 5 ਸਾਲ ਯੋਜਨਾਵਾਂ ਦੇ ਦੌਰਾਨ ਅਧੋਸੰਰਚਨਾ ਦਾ ਵਿਕਾਸ ਕਾਫੀ ਮਾਤਰਾ ਦੇ ਵਿੱਚ ਕੀਤਾ ਗਿਆ, ਯਾਨੀ ਇਨਫਰਾਸਟ੍ਰਕਚਰ ਦਾ ਕਾਫੀ ਹੱਦ ਤੱਕ ਵਿਕਾਸ ਕੀਤਾ ਗਿਆ। ਰਾਸ਼ਟਰੀ ਆਮਦਨ ਅਤੇ ਨਿਰਯਾਤ ਦੇ ਵਿੱਚ ਉਦਯੋਗਾਂ ਦਾ ਵੱਧਦਾ ਹਿੱਸਾ, ਐਂ ਵੀ ਲਿਖ ਸਕਦੇ ਹੋ, ਲੋਕਾਂ ਨੂੰ ਰੁਜ਼ਗਾਰ ਮਿਲਣ ਦੇ ਵਿੱਚ ਵੀ ਇਹ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਵਿੱਚ ਹੈਲਪਫੁਲ ਹੋਇਆਗਾ ਹੁੰਦਾ ਉਦਯੋਗ। ਠੀਕ ਹੈ ਜੀ, ਭਾਰਤ ਵਿੱਚ ਇਸੇ ਸਮੇਂ ਭਾਰਤੀ ਰਾਸ਼ਟਰੀ ਆਮਦਨ ਦਾ ਲਗਭਗ 26.1% ਹਿੱਸਾ ਉਦਯੋਗਿਕ ਖੇਤਰ ਤੋਂ ਪ੍ਰਾਪਤ ਹੁੰਦਾ ਹੈ। ਕਿੰਨਾ ਪ੍ਰਾਪਤ ਹੁੰਦਾ ਹੈਗਾ ਹੁਣ ਦੇ ਸਮੇਂ ਦੇ ਵਿੱਚ, ਇਹ 26.1। ਭਾਰਤ ਦੇ ਨਿਰਯਾਤ ਵਿੱਚ ਉਦਯੋਗਾਂ ਦਾ ਯੋਗਦਾਨ ਕਿੰਨਾ ਹੈ, ਨਿਰਯਾਤ ਮਤਲਬ ਕਿੰਨਾ ਆਪਾਂ ਇਧਰੋਂ ਭੇਜਦੇ ਹਾਂ ਦੂਸਰੇ ਦੇਸ਼ਾਂ ਨੂੰ, ਐਕਸਪੋਰਟ ਕਿੰਨਾ ਕਰਦੇ ਹਾਂ, 45%। ਠੀਕ ਹੈ ਜੀ, ਉਦਯੋਗਿਕ ਸਹਿਯੋਗ ਦੇ ਵਿੱਚ ਵਾਧਾ ਹੋਇਆ ਗਿਆ। ਉਦਯੋਗਾਂ ਦੀ ਮਿਆਦ ਵਿੱਚ ਵਿਸ਼ੇਸ਼ ਤੌਰ ਤੇ ਨਵੀਂ ਉਦਯੋਗਿਕ ਨੀਤੀ ਦੇ ਫਲਸਰੂਪ ਵਿਦੇਸ਼ੀ ਸਹਿਯੋਗ ਨਾਲ ਸਥਾਪਿਤ ਉਦਯੋਗਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਯਾਨੀ ਦੂਸਰੇ ਦੇਸ਼ਾਂ ਨੇ ਵੀ ਆਪਣੀ ਇੰਡੀਆ ਦੇ ਵਿੱਚ ਇਨਵੈਸਟਮੈਂਟ ਕੀਤਾਗਾ, ਵਿਦੇਸ਼ੀ ਸਹਿਯੋਗ ਵੀ ਜ਼ਿਆਦਾ ਮਾਤਰਾ ਦੇ ਵਿੱਚ ਪ੍ਰਾਪਤ ਹੋਇਆਗਾ। ਠੀਕ ਹੈ ਜੀ, ਇਹ ਸੀਗੇ ਹੁਣ ਦੀ ਸਥਿਤੀ ਉਦਯੋਗਾਂ ਦੀ। ਠੀਕ ਹੈ ਜੀ, ਨੈਕਸਟ ਆਪਣਾ ਥਰਡ ਕੁਐਸਚਨ ਕੀ ਹੈ, ਭਾਰਤ ਵਿੱਚ ਲਘੂ ਅਤੇ ਕੁਟੀਰ ਉਦਯੋਗਾਂ ਤੋਂ ਭਾਵ ਹੈ, ਇਹਨਾਂ ਦੀਆਂ ਸਮੱਸਿਆਵਾਂ ਦਾ ਵਰਣਨ ਕਰੋ। ਲਘੂ ਅਤੇ ਕੁਟੀਰ ਉਦਯੋਗਾਂ ਕੀ ਹੁੰਦੇ ਹਨ ਅਤੇ ਇਹਦੀ ਸਮੱਸਿਆ ਕਿਹੜੀਆਂ ਨੇ। ਠੀਕ ਹੈ ਜੀ, ਲਘੂ ਤੇ ਕੁਟੀਰ ਉਦਯੋਗ, ਪਹਿਲਾਂ ਇਹਦੀ ਡੈਫੀਨੇਸ਼ਨ ਦੇ ਦਿੰਦੇ ਆ। ਕੁਟੀਰ ਉਦਯੋਗ ਉਹ ਉਦਯੋਗ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਪਰਿਵਾਰ ਦੇ ਮੈਂਬਰ ਦੁਆਰਾ ਹੀ ਕੰਮ ਕੀਤਾ ਜਾਂਦਾ ਹੈ, ਇੱਕ ਹੀ ਛੱਤ ਦੇ ਹੇਠਾਂ, ਪੂਰਨਕਾਲੀਨ ਯਾਨੀ ਕਿ ਹਮੇਸ਼ਾ ਦੇ ਲਈ ਜਾਂ ਅੰਸ਼ਕ ਜਾਂ ਥੋੜੇ ਸਮੇਂ ਦੇ ਲਈ ਚਲਾਇਆ ਜਾਂਦਾ ਹੈ। ਕਿਉਂਕਿ ਇਹਨਾਂ ਉਦਯੋਗਾਂ ਮੁੱਖ ਤੌਰ ਤੇ ਪਿੰਡਾਂ ਵਿੱਚ ਹੀ ਚਲਾਏ, ਕਿਉਂਕਿ ਕੁਟੀਰ ਉਦਯੋਗ ਕਿੱਥੇ ਨੇ, ਜ਼ਿਆਦਾਤਰ ਪਿੰਡਾਂ ਦੇ ਵਿੱਚ, ਕਿਉਂਕਿ ਪਿੰਡ ਦੇ ਵਿੱਚ ਹੀ ਲੋਕਾਂ ਨੂੰ ਕੀ ਕਰਨੀ ਪੈਂਦੀ ਹੈ, ਡਿਪੈਂਡ ਰਹਿਣਾ ਪੈਂਦਾ ਹੁੰਦਾ ਖੇਤੀ ਦੇ ਨਾਲ। ਜਦ ਖੇਤੀ ਦਾ ਸੀਜ਼ਨ ਹੁੰਦਾ ਤਦ ਤਾਂ ਉਹਨਾਂ ਨੂੰ ਕੰਮ ਮਿਲ ਜਾਂਦਾ, ਜਦੋਂ ਖੇਤੀ ਦਾ ਸੀਜ਼ਨ ਚਲਾ ਜਾਂਦਾ ਤਾਂ ਉਹ ਕੰਮ ਵਿਹਲੇ ਹੋ ਜਾਂਦੇ ਨੇ। ਠੀਕ ਹੈ ਜੀ, ਇਸ ਲਈ ਇਹਨਾਂ ਪੇਂਡੂ ਉਦਯੋਗ, ਇਸ ਲਈ ਇਹਨਾਂ ਨੂੰ ਕੁਟੀਰ ਉਦਯੋਗਾਂ ਨੂੰ ਹੋਰ ਕੀ ਕਹਿ ਸਕਦੇ ਆ, ਉਹਨੂੰ ਆਪਾਂ ਹੋਰ ਕਹਿ ਸਕਦੇ ਆ ਪੇਂਡੂ ਉਦਯੋਗ। ਠੀਕ ਹੈ ਜੀ, ਕਿਉਂਕਿ ਪਿੰਡਾਂ ਵਿੱਚ ਲਗਾਏ ਜਾਂਦੇ ਨੇ। ਨਵੀਨ ਪਰਿਭਾਸ਼ਾ 1999 ਅਨੁਸਾਰ ਲਘੂ ਉਦਯੋਗਾਂ ਦੇ ਵਿੱਚ ਉਹਨਾਂ ਸਾਰੇ ਕਾਰਖਾਨਿਆਂ ਨੂੰ ਸ਼ਾਮਿਲ ਕੀਤਾ ਜਾਂਦਾਗਾ ਜਿਨ੍ਹਾਂ ਵਿੱਚ 1 ਕਰੋੜ ਰੁਪਏ ਤੱਕ ਵਧੀ ਪੂੰਜੀ ਦਾ ਨਿਵੇਸ਼ ਕੀਤਾ। ਜਿਵੇਂ ਕਿ ਪਿਛਲੀ ਵੀਡੀਓ ਦੇ ਉਹਦੇ ਕੁਐਸਚਨ ਦੇ ਵਿੱਚ ਪੜਿਆ ਸੀ ਕਿ 3 ਕਰੋੜ ਵਧੀ ਪੂੰਜੀ ਦਾ ਨਿਵੇਸ਼ ਕੀਤਾ ਜਾਂਦਾਗਾ, ਪਰ ਨਿਊ ਪਰਿਭਾਸ਼ਾ ਦੇ ਅਨੁਸਾਰ 1999 ਦੀ ਪਰਿਭਾਸ਼ਾ ਦੇ ਅਨੁਸਾਰ ਜੇ 1 ਕਰੋੜ ਦਾ ਵੀ ਨਿਵੇਸ਼ ਹੁੰਦਾਗਾ ਤਾਂ ਉਹ ਕੀ ਮੰਨਿਆ ਜਾਂਦਾਗਾ, ਲਘੂ ਉਦਯੋਗ ਮੰਨਿਆ ਜਾਂਦਾਗਾ। ਲਘੂ ਉਦਯੋਗ ਅਤੇ ਕੁਟੀਰ ਉਦਯੋਗਾਂ ਦੀਆਂ ਸਮੱਸਿਆਵਾਂ ਜੋ ਉਹ ਹੇਠ ਲਿਖੀਆਂ ਹਨ। ਸਭ ਤੋਂ ਪਹਿਲੀ ਫਸਟ ਸਮੱਸਿਆ ਪ੍ਰੋਬਲਮ ਕੀ ਹੈ ਇਹਨਾਂ ਦੀ, ਕੱਚੇ ਮਾਲ ਅਤੇ ਸ਼ਕਤੀ ਦੀ ਸਮੱਸਿਆ। ਇਹਨਾਂ ਉਦਯੋਗਾਂ ਧੰਦਿਆਂ ਨੂੰ ਕੱਚਾ ਮਾਲ ਉਚਿਤ ਮਾਤਰਾ ਦੇ ਵਿੱਚ ਨਹੀਂ ਮਿਲਦਾ। ਜੋ ਮਾਲ ਮਿਲਦਾ ਹੈ ਤਾਂ ਉਹਦੀ ਕਿਸਮ ਵਧੀਆ ਨਹੀਂ ਹੁੰਦੀ, ਜੇ ਕਿਸਮ ਵਧੀਆ ਹੁੰਦੀ ਹੈ ਤਾਂ ਉਹ ਬਹੁਤ ਹੀ ਜ਼ਿਆਦਾ ਮਹਿੰਗਾ ਮਿਲਦਾਗਾ। ਵਿੱਤ ਦੀ ਸਮੱਸਿਆ, ਇਹਨਾਂ ਉਦਯੋਗਾਂ ਨੂੰ ਸਥਾਪਿਤ ਕਰਨ ਦੇ ਲਈ ਅਗਰ ਥੋੜਾ ਮੋਟਾ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਵੀ ਥੋੜੇ ਮੋਟੇ ਪੈਸੇ ਨੂੰ ਪ੍ਰਬੰਧ ਕਰਨ ਦੀ ਸਮੱਸਿਆ ਆਉਂਦੀ ਹੁੰਦੀ ਆ ਪ੍ਰਬੰਧ ਕਰਨ ਦੇ ਵਿੱਚ।
ਉਤਪਾਦਨ ਅਤੇ ਪੁਰਾਣੇ ਢੰਗ ਵਰਤੇ ਜਾਂਦੇ, ਕਿਉਂਕਿ ਇਹ ਉਦਯੋਗ ਪਿੰਡਾਂ ਦੇ ਵਿੱਚ ਲਗਾਏ ਜਾਂਦੇ ਨੇ ਤਾਂ ਪਿੰਡਾਂ ਦੇ ਵਿੱਚ ਜ਼ਿਆਦਾਤਰ ਕੀ ਹੈ ਇੰਨਾ ਤਕਨੀਕੀ ਵਿਕਾਸ ਨਹੀਂ ਹੋਇਆਗਾ। ਤਾਂ ਉੱਥੇ ਕੀ ਹੈ ਉਤਪਾਦਨ ਦੀ ਜੋ ਤਕਨੀਕ ਹੈ ਉਹ ਕੀ ਆ ਪਹਿਲਾਂ ਪੁਰਾਣੇ ਤਕਨੀਕ ਅਪਣਾਈ ਜਾਂਦੀ ਹੈ, ਜਿਸ ਦੇ ਨਾਲ ਉਤਪਾਦਨ ਕੀ ਆ ਘਟ ਜਾਂਦਾ ਗਾ ਤੇ ਲਾਗਤ ਵਧ ਜਾਂਦੀ ਹੈ। ਲਾਗਤ ਮਤਲਬ ਵਸਤੂ ਨੂੰ ਪ੍ਰੋਡਕਟ ਕਰਨ ਤੋਂ ਬਾਅਦ ਜੋ ਵੇਚਣ ਦੇ ਉੱਤੇ ਜੋ ਉਹਦਾ ਪ੍ਰਾਈਸ ਹੈ ਉਹ ਵੱਧ ਜਾਂਦਾ ਗਾ। ਵਿਕਰੀ ਸੰਬੰਧੀ ਕਠਿਨਾਈਆਂ, ਇਹਨਾਂ ਉਦਯੋਗਾਂ ਨੂੰ ਆਪਣਾ ਮਾਲ ਵੇਚਣ ਦੇ ਵਿੱਚ ਕਾਫੀ ਹੱਦ ਤੱਕ ਸਮੱਸਿਆ ਆਉਂਦੀ ਹੈ। ਵੱਡੇ ਉਦਯੋਗਾਂ ਨਾਲ ਪ੍ਰਤੀਯੋਗਤਾ, ਹੁਣ ਦੱਸੋ ਕਿ ਛੋਟੇ ਉਦਯੋਗਾਂ ਦੇ ਵਿੱਚ ਜੋ ਸਮਾਨ ਬਣਦਾ ਹੈ ਉਹ ਮਹਿੰਗਾ ਵੀ ਹੁੰਦਾ ਗਾ ਔਰ ਜੋ ਵੱਡੇ ਉਦਯੋਗਾਂ ਦੇ ਵਿੱਚ ਸਮਾਨ ਬਣਦਾ ਉਹ ਸਸਤਾ ਹੁੰਦਾ ਗਾ। ਛੋਟੇ ਉਦਯੋਗਾਂ ਦੇ ਵਿੱਚ ਜੋ ਸਮਾਨ ਬਣਦਾ ਗਾ ਉਹ ਕੀ ਹੁੰਦਾ ਗਾ ਘੱਟ ਕੁਆਲਿਟੀ ਦਾ ਹੁੰਦਾ ਗਾ, ਠੀਕ ਹੈ ਜੀ। ਔਰ ਜੋ ਵੱਡੀ ਇੰਡਸਟਰੀ ਦੇ ਵਿੱਚ ਬਣਦਾ ਉਹ ਜ਼ਿਆਦਾ ਅਟਰੈਕਟਿਵ ਹੁੰਦਾ ਗਾ, ਨਿਊ ਹੁੰਦਾ ਗਾ ਔਰ ਤਕਨੀਕੀ ਨਾਲ ਬਣਾਇਆ ਹੁੰਦਾ ਗਾ, ਮਸ਼ੀਨਾਂ ਨਾਲ ਬਣਾਇਆ ਹੁੰਦਾ ਗਾ, ਠੀਕ ਹੈ। ਤਾਂ ਜ਼ਿਆਦਾਤਰ ਇਹ ਛੋਟੇ ਉਦਯੋਗਾਂ ਨੂੰ ਕੀ ਕਰਨਾ ਪੈਂਦਾ ਗਾ ਵੱਡੇ ਉਦਯੋਗਾਂ ਦੇ ਨਾਲ ਮੁਕਾਬਲਾ ਕਰਨਾ ਪੈਂਦਾ, ਜਿਸ ਕਰਕੇ ਵੱਡੇ ਉਦਯੋਗ ਜਿਹੜੇ ਹੈਗੇ ਨੇ ਛੋਟੇ ਉਦਯੋਗਾਂ ਨੂੰ ਖਤਮ ਕਰਨ ਦੇ ਵਿੱਚ ਕੀ ਨੇ ਉਹ ਨੇ ਕਾਰਨ ਨੇ, ਇਹਦੇ ਕਾਰਨ ਨੇ, ਠੀਕ ਹੈ ਜੀ। ਇਹ ਨੇ ਸਮੱਸਿਆਵਾਂ, ਠੀਕ ਹੈ ਜੀ। ਫੋਰਥ ਕੁਐਸਚਨ ਆਪਣਾ ਕੀ ਹੈ, ਭਾਰਤ ਵਿੱਚ ਲਘੂ ਅਤੇ ਕੁਟੀਰ ਉਦਯੋਗਾਂ ਦਾ ਕੀ ਮਹੱਤਵ ਹੈ, ਕੀ ਇੰਪੋਰਟੈਂਸ ਹੈ ਦੋਨੇ ਉਦਯੋਗਾਂ ਦਾ। ਤਾਂ ਸਭ ਤੋਂ ਪਹਿਲਾਂ ਤਾਂ ਬੇਰੁਜ਼ਗਾਰੀ ਨੂੰ ਦੂਰ ਕਰਦਾ ਗਾ, ਉਤਪਾਦਨ ਨੂੰ ਵਧਾਉਂਦਾ ਗਾ, ਠੀਕ ਹੈ ਜੀ। ਤਾਂ ਫਸਟ ਪੁਆਇੰਟ ਕੀ ਹੈ, ਭਾਰਤ ਦੇ ਵਿੱਚ ਵਧਦੀ ਹੋਈ ਬੇਰੁਜ਼ਗਾਰੀ ਨੂੰ ਅਗਰ ਦੂਰ ਕਰਨਾ ਚਾਹੁੰਦੇ ਆ ਤਾਂ ਆਪਾਂ ਨੂੰ ਲਘੂ ਤੇ ਕੁਟੀਰ ਉਦਯੋਗਾਂ ਨੂੰ ਬੜਾਵਾ ਦੇਣਾ ਚਾਹੀਦਾ ਗਾ। ਉਤਪਾਦਨ ਨੂੰ ਤੇਜ਼ ਵਧਾਉਂਦਾ ਗਾ, ਲਘੂ ਤੇ ਕੁਟੀਰ ਉਦਯੋਗਾਂ ਨੂੰ ਸਥਾਪਿਤ ਕਰਨ ਦੇ ਨਾਲ ਉਹਨਾਂ ਦੀ ਉਤਪਾਦਨ ਕੰਮ ਕਰਨ ਵਿੱਚ ਘੱਟ ਸਮਾਂ ਲੱਗਦਾ ਹੈ। ਇਹਨਾਂ ਨੂੰ ਸਥਾਪਿਤ ਕਰਨ ਦੇ ਵਿੱਚ ਘੱਟ ਸਮਾਂ ਲੱਗਦਾ ਹੈ ਕਿਉਂਕਿ ਛੋਟੇ ਉਦਯੋਗ ਹੁੰਦੇ ਨੇ, ਆਸਾਨੀ ਨਾਲ ਹੀ ਸਥਾਪਿਤ ਹੋ ਜਾਂਦੇ ਨੇ ਕਿੱਥੇ ਵੀ ਔਰ ਇਹਦੇ ਨਾਲ ਕੀ ਹੈ ਉਤਪਾਦਨ ਵੀ ਤੇਜ਼ ਵਾਧਾ ਕੀਤਾ ਜਾ ਸਕਦਾ ਅਗਰ ਜੇ ਆਪਾਂ ਟੈਕਨੋਲੋਜੀ ਦਾ ਯੂਜ਼ ਕਰੀਏ। ਥਰਡ ਪੁਆਇੰਟ ਕੀ ਹੈ, ਪਿੰਡਾਂ ਦਾ ਵਿਕਾਸ ਹੋਊਗਾ। ਭਾਰਤ ਵਿੱਚ ਵਧੇਰੇ ਜਨਸੰਖਿਆ ਕਿੱਥੇ ਰਹਿੰਦੀ ਹੈ, ਪਿੰਡਾਂ ਵਿੱਚ ਰਹਿੰਦੀ ਹੈ ਔਰ ਇਹ ਉਦਯੋਗ ਕਿੱਥੇ ਲਗਾਏ ਜਾ ਸਕਦੇ ਨੇ, ਜਿੱਥੇ ਮਰਜ਼ੀ ਪਿੰਡਾਂ ਦੇ ਵਿੱਚ ਵੀ ਲਗਾਏ ਜਾ ਸਕਦੇ ਨੇ, ਠੀਕ ਹੈ ਜੀ। ਔਰ ਜੇ ਚਾਹੀਏ ਤਾਂ ਆਪਾਂ ਇਹ ਤੁਰਦਾ ਫਿਰਦਾ ਉਦਯੋਗ ਹੁੰਦਾ ਗਾ, ਯਾਨੀ ਆਸਾਨੀ ਨਾਲ ਇੱਥੋਂ ਹਟਾ ਕੇ ਕਿੱਥੇ ਹੋਰ ਵੀ ਲਗਾ ਸਕਦੇ ਆ, ਠੀਕ ਹੈ ਜੀ। ਤਾਂ ਇਸ ਨਾਲ ਪਿੰਡਾਂ ਦਾ ਵਿਕਾਸ ਹੋਊਗਾ। ਵਿਤਰਨ ਵਿਖਮਤਾ ਵਿੱਚ ਕਮੀ, ਵੱਡੇ ਵੱਡੇ ਕਾਰਖਾਨਿਆਂ ਦੇ ਕਾਇਮ ਹੋਣ ਨਾਲ ਦੇਸ਼ ਵਿੱਚ ਇੱਕ ਪਾਸੇ ਹੀ ਅਮੀਰ ਅਤੇ ਦੂਜੇ ਪਾਸੇ ਗਰੀਬ, ਯਾਨੀ ਕਿ ਇਹਦੇ ਨਾਲ ਕੀ ਹੁੰਦਾ ਗਾ ਜੇ ਆਪਾਂ ਵੱਡੀ ਇੰਡਸਟਰੀ ਲਗਾਉਂਦੇ ਆ ਤਾਂ ਹੈ ਨਹੀਂ ਆਪਾਂ ਸਿਰਫ ਅੱਜ ਲਗਾ ਲਿਆ ਤਾਂ ਕੱਲ ਉੱਥੇ ਲਗਾ ਲਿਆ, ਪਰਸੋਂ ਉੱਥੇ ਲਗਾ ਲਿਆ, ਯਾਨੀ ਐਵੇਂ ਉਹਨੂੰ ਜਗ੍ਹਾ ਨਹੀਂ ਚੇਂਜ ਕਰ ਸਕਦੇ ਉਦਯੋਗਾਂ ਦਾ, ਠੀਕ ਹੈ ਜੀ। ਕਿਉਂਕਿ ਇਹਨੂੰ ਸਥਾਪਿਤ ਕਰਨ ਦੇ ਵਿੱਚ ਵੱਡੇ ਉਦਯੋਗਾਂ ਨੂੰ ਜ਼ਿਆਦਾ ਖਰਚਾ ਆਉਂਦਾ ਹੁੰਦਾ, ਪਰ ਇਹਦੇ ਨਾਲ ਕੀ ਹੋ ਜਾਂਦਾ ਵੱਡੇ ਉਦਯੋਗਾਂ ਨਾਲ ਕੁਝ ਖੇਤਰ ਅਮੀਰ ਹੋ ਜਾਂਦੇ ਨੇ, ਕੁਝ ਖੇਤਰ ਗਰੀਬ ਹੋ ਜਾਂਦੇ ਨੇ, ਠੀਕ ਹੈ ਜੀ। ਇਹਦੇ ਨਾਲ ਕੀ ਹੋ ਜਾਂਦਾ ਗਾ ਧਨ ਕੁਝ ਲੋਕਾਂ ਦੇ ਹੱਥਾਂ ਦੇ ਵਿੱਚ ਹੀ ਕੇਂਦਰਿਤ ਹੋ ਜਾਂਦਾ ਗਾ ਤੇ ਅਮੀਰੀ ਗਰੀਬੀ ਵੱਧ ਜਾਂਦੀ ਆ। ਪਰ ਜੇ ਇਹੀ ਅਗਰ ਵੱਡੇ ਉਦਯੋਗਾਂ ਨੂੰ ਛੋਟੇ ਉਦਯੋਗਾਂ ਨੂੰ ਲਗਾਵਾਂਗੇ ਤੇ ਇਹਦੇ ਨਾਲ ਕੀ ਹੋਊਗਾ ਸਰਵ ਖੇਤਰ ਵਿਕਾਸ ਹੋਊਗਾ, ਸਰਵ ਪੱਖੀ ਖੇਤਰਾਂ ਦਾ ਵਿਕਾਸ ਹੋਊਗਾ, ਸਾਰੇ ਖੇਤਰਾਂ ਦਾ ਵਿਕਾਸ ਹੋਊਗਾ, ਠੀਕ ਹੈ ਜੀ। ਭਾਰਤ ਵਿੱਚ ਲਘੂ ਅਤੇ ਕੁਟੀਰ ਉਦਯੋਗਾਂ ਦੇ ਵਿੱਚ ਕੀ ਅੰਤਰ ਹੈ, ਡਿਫਰੈਂਸ ਕੀ ਹੈ ਦੋਨਾਂ ਦੇ ਵਿੱਚ। ਛੋਟੇ ਕੁਐਸਚਨ ਆਨਸਰ ਦੇ ਵਿੱਚ ਤਾਂ ਪੜ੍ਹੇ ਹੀ ਹੈ, ਵੱਡੇ ਕੁਐਸਚਨ ਦੇ ਵਿੱਚ ਆਪਾਂ ਪੜ੍ਹ ਲੈਂਦੇ ਆ। ਸਭ ਤੋਂ ਪਹਿਲਾਂ ਤਾਂ ਅੰਤਰ ਇਹੀ ਹੈ ਕਿ ਪਿੰਡਾਂ ਦੇ ਵਿੱਚ ਲਗਾਇਆ ਜਾਂਦਾ, ਇਸ ਕਰਕੇ ਇਹਨੂੰ ਪਿੰਡੂ ਉਦਯੋਗ ਕਹਿੰਦੇ ਨੇ। ਦੂਸਰਾ ਲਘੂ ਉਦਯੋਗ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਲਘੂ ਉਦਯੋਗ ਕਿੱਥੇ ਲਗਾਏ ਜਾਂਦੇ ਨੇ, ਸ਼ਹਿਰਾਂ ਦੇ ਵਿੱਚ ਲਗਾਏ ਜਾਂਦੇ ਨੇ। ਕੁਟੀਰ ਉਦਯੋਗਾਂ ਦੇ ਵਿੱਚ ਪਰਿਵਾਰ ਦੇ ਮੈਂਬਰ ਹੀ ਕੰਮ ਕਰਦੇ ਨੇ, ਇਹਦੇ ਵਿੱਚ ਲਘੂ ਉਦਯੋਗ ਦੇ ਆਪਾਂ ਭਾੜੇ ਦੇ ਮਜ਼ਦੂਰ ਵੀ ਲਗਾ ਸਕਦੇ ਹਾਂ, ਠੀਕ ਹੈ ਜੀ। ਹੁਣ ਇਹ ਸੀਗੇ ਦੋ ਇਹਨਾਂ ਦੇ ਵਿੱਚ ਡਿਫਰੈਂਸ, ਠੀਕ ਹੈ ਜੀ। ਹੁਣ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਸੁਝਾਅ ਜੋ ਆਪਣੇ ਉੱਪਰ ਸਮੱਸਿਆਵਾਂ ਪੜੀਆਂ ਸੀਗੀਆਂ ਨਾ ਕਿ ਵਿੱਤ ਦੀ ਸਮੱਸਿਆ, ਉਤਪਾਦਨ ਦੇ ਪੁਰਾਣੇ ਢੰਗ, ਇਹਨੂੰ ਸੋਲਵ ਕਰਨ ਦੇ ਲਈ ਬਸ ਇਹੀ ਆ ਕਿ ਉਹ ਜੋ ਸਮੱਸਿਆਵਾਂ ਨੇ ਉਹਨੂੰ ਕੀ ਕੀਤਾ ਜਾ ਸਕੇ, ਸੋਲਵ ਕਰ ਦੋ ਤਾਂ ਇਹਦੀ ਸਮੱਸਿਆ ਦੂਰ ਹੋ ਜੂਗੀ। ਇਹਨਾਂ ਉਦਯੋਗਾਂ ਨੂੰ ਕੱਚਾ ਮਾਲ ਨਹੀਂ ਮਿਲਦਾ ਤਾਂ ਇਹਨਾਂ ਨੂੰ ਘੱਟ ਮਾਤਰਾ ਦੇ ਵਿੱਚ ਜ਼ਿਆਦਾ ਮਾਤਰਾ ਦੇ ਵਿੱਚ ਕੀਮਤਾਂ ਨੂੰ ਘੱਟ ਕਰਕੇ ਕੱਚਾ ਮਾਲ ਪ੍ਰੋਵਾਈਡ ਕੀਤਾ ਜਾਵੇ, ਠੀਕ ਹੈ ਜੀ। ਬਸ ਜੋ ਤੁਹਾਨੂੰ ਉਹ ਸਮੱਸਿਆ ਪੜੀਆਂ ਨੇ ਨਾ ਉਹ ਸਮੱਸਿਆ ਨੂੰ ਉਪਾਏ ਦੀ ਤਰ੍ਹਾਂ ਲਿਖ ਦੋਗੇ ਤਾਂ ਇਹ ਤੁਹਾਡਾ ਕੁਐਸਚਨ ਕਵਰ ਹੋ ਜਾਊਗਾ। ਇਹਨਾਂ ਉਦਯੋਗਾਂ ਨੂੰ ਕਰਜ਼ਾ ਜੋ ਹੈ ਉਚਿਤ ਮਾਤਰਾ ਦੇ ਵਿੱਚ ਨਹੀਂ ਮਿਲਦਾ, ਵਿਆਜ ਜ਼ਿਆਦਾ ਦੇਣਾ ਪੈਂਦਾ ਹੈ, ਤਾਂ ਇਹ ਜੋ ਇਹਨਾਂ ਨੂੰ ਕਰਜ਼ਾ ਲੈਣ ਦੀ ਸੁਵਿਧਾ ਹੈ ਉਹ ਅੱਛੇ ਨਾਲ ਮੁਹੱਈਆ ਕਰਵਾ ਦਿਓ, ਠੀਕ ਹੈ ਜੀ। ਇਹਨਾਂ ਉਦਯੋਗਾਂ ਨੂੰ ਵਿਕਰੀ ਸੰਬੰਧੀ ਜਿਹੜੀ ਹੈ ਪ੍ਰੋਬਲਮ ਆਉਂਦੀ ਹੈ ਆਪਣੇ ਸਮਾਨ ਨੂੰ ਵੇਚਣ ਦੇ ਵਿੱਚ, ਠੀਕ ਹੈ, ਤਾਂ ਇਹ ਸਹੂਲਤਾਂ ਪ੍ਰਦਾਨ ਕਰਵਾ ਦਿਓ ਤਾਂ ਜੋ ਇਹਨਾਂ ਨੂੰ ਆਪਣੇ ਮਾਲ ਵੇਚਣ ਦੇ ਵਿੱਚ ਆਸਾਨੀ ਮਿਲ ਸਕੇ ਅਤੇ ਸਹੀ ਕੀਮਤ ਮਿਲ ਸਕੇ। ਇਹਨਾਂ ਉਦਯੋਗਾਂ ਦੁਆਰਾ ਵਰਤੇ ਜਾਣ ਵਾਲੇ ਉਤਪਾਦਨ ਦੇ ਤਰੀਕਿਆਂ ਦੇ ਵਿੱਚ ਸੁਧਾਰ ਕਰ ਦਿਓ ਅਤੇ ਇਹਨਾਂ ਦੇ ਪੈਦਾਵਾਰ ਦੇ ਵਿੱਚ ਜਦੋਂ ਇਹਨਾਂ ਦੀ ਉਤਪਾਦਨ ਤਰੀਕੇ ਬਦਲ ਜਾਣਗੇ ਤਾਂ ਪੈਦਾਵਾਰ ਵਧੂਗੀ ਤਾਂ ਲਾਗਤ ਵੀ ਘਟ ਜੂਗੀ, ਠੀਕ ਹੈ ਜੀ।
ਨੈਕਸਟ ਆਪਣਾ 6th ਕੁਐਸਚਨ ਕੀ ਹੈ, ਭਾਰਤ ਦੇ ਉਦਯੋਗੀਕਰਨ ਵਿੱਚ ਵੱਡੇ ਉਦਯੋਗਾਂ ਦਾ ਕੀ ਯੋਗਦਾਨ ਹੈ। ਉਦਯੋਗੀਕਰਨ ਦੇ ਵਿੱਚ ਵੱਡੇ ਉਦਯੋਗਾਂ ਦਾ ਕੀ ਰੋਲ ਹੈ। ਦੇਸ਼ ਦੇ ਉਦਯੋਗੀਕਰਨ ਵਿੱਚ ਵੱਡੇ ਉਦਯੋਗਾਂ ਦਾ ਯੋਗਦਾਨ ਹੇਠ ਲਿਖੇ ਹਨ। ਨੰਬਰ 1, ਦੇਸ਼ ਦੇ ਉਦਯੋਗੀਕਰਨ ਲਈ ਪੂੰਜੀਗਤ ਵਸਤੂ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਜੇ ਆਪਾਂ ਚਾਹੁੰਦੇ ਹਾਂ ਕਿ ਉਦਯੋਗੀਕਰਨ ਹੋਵੇ ਤੇ ਇਹਦੇ ਲਈ ਆਪਾਂ ਨੂੰ ਪੂੰਜੀਗਤ ਜਿਹੜੀ ਵਸਤੂਆਂ ਹੁੰਦੀਆਂ ਨੇ ਉਹਦੀ ਜ਼ਰੂਰਤ ਹੁੰਦੀ ਹੈ, ਔਰ ਇਹ ਪੂੰਜੀਗਤ ਵਸਤਾਂ ਆਪਾਂ ਨੂੰ ਕਿੱਥੋਂ ਮਿਲਦੀਆਂ ਨੇ, ਵੱਡੇ ਉਦਯੋਗਾਂ ਤੋਂ ਮਿਲਦੀਆਂ ਨੇ। ਉਦਯੋਗੀਕਰਨ ਲਈ ਆਰਥਿਕ ਆਧਾਰਿਕ ਸੰਰਚਨਾ ਦੀ ਬਹੁਤ ਜ਼ਿਆਦਾ ਲੋੜ। ਉਦਯੋਗੀਕਰਨ ਦੇ ਲਈ ਆਪਾਂ ਨੂੰ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੁੰਦੀ ਹੈ, ਔਰ ਇਹਨਾਂ ਇਨਫਰਾਸਟ੍ਰਕਚਰ ਦਾ ਨਿਰਮਾਣ ਕਿੱਥੇ ਹੁੰਦਾ ਹੈ, ਵੱਡੇ ਉਦਯੋਗਾਂ ਦੇ ਵਿੱਚ ਹੁੰਦਾ ਗਾ। ਵੱਡੇ ਪੈਮਾਨੇ ਦੇ ਉਦਯੋਗਾਂ ਦੀ ਖੋਜ ਅਤੇ ਖੋਜੀਆਂ ਲਈ ਲੋੜੀਂਦੇ ਧਨ ਦਾ ਪ੍ਰਬੰਧ ਕੌਣ ਕਰਦਾ ਹੈ। ਵੱਡੇ ਪੈਮਾਨੇ ਦੇ ਜਿਹੜੇ ਜਿਹੜੇ ਵੱਡੇ ਪੈਮਾਨੇ ਦੇ ਉਦਯੋਗ ਨੇ ਇਹੀ ਉਹ ਕਰਦੇ ਨੇ, ਮੈਨੇਜ ਕਰਦੇ ਨੇ। ਖੋਜ ਅਤੇ ਯੋਗ ਖੋਜੀਆਂ ਦੇ ਲਈ ਜੋ ਲੋੜੀਂਦੇ ਧਨ ਹੈ ਇਹੀ ਪ੍ਰੋਵਾਈਡ ਕਰਦੇ ਨੇ। ਵੱਡੇ ਉਦਯੋਗਾਂ ਦੀ ਸਥਾਪਨਾ ਦੇ ਕਾਰਨ ਕਈ ਸਹਾਇਕ ਉਦਯੋਗਾਂ ਦੀ ਸਥਾਪਨਾ ਨੂੰ ਵੀ ਉਤਸ਼ਾਹਿਤ ਕਰਦੇ ਨੇ, ਯਾਨੀ ਛੋਟੇ ਛੋਟੇ ਉਦਯੋਗਾਂ ਨੂੰ ਲਗਾਉਣ ਵਿੱਚ ਵੀ ਇਹ ਕੀ ਕਰਦੇ ਨੇ, ਵੱਡੇ ਉਦਯੋਗ ਹੈਲਪਫੁਲ ਹੁੰਦੇ ਨੇ। ਠੀਕ ਹੈ ਜੀ। ਨੈਕਸਟ ਕੀ ਹੈ, ਵੱਡੇ ਉਦਯੋਗਾਂ ਦਾ ਇੰਪੋਰਟੈਂਸ ਕੀ ਹੈ। ਵੱਡੇ ਉਦਯੋਗਾਂ ਦਾ ਇੰਪੋਰਟੈਂਸ, ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਵਿੱਚ ਵੱਡੇ ਪੈਮਾਨੇ ਦੇ ਉਦਯੋਗਾਂ ਦਾ ਬਹੁਤ ਮਹੱਤਵ ਹੈ। ਜੋ ਆਪਾਂ ਨੇ ਪਹਿਲਾ ਕੁਐਸਚਨ ਪੜ੍ਹਿਆ ਕਿ ਉਦਯੋਗੀਕਰਨ ਦੇ ਵਿੱਚ ਵੱਡੇ ਉਦਯੋਗ ਦਾ ਕੀ ਮਹੱਤਵ ਹੈ, ਇਹ ਪੁਆਇੰਟ ਸਾਰਾ ਇਹਦੇ ਵਿੱਚ ਵੀ ਲਿਖ ਸਕਦੇ ਹੋ। ਠੀਕ ਹੈ ਜੀ। ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਵਿੱਚ ਵੱਡੇ ਪੈਮਾਨੇ ਦੇ ਉਦਯੋਗਾਂ ਦਾ ਬਹੁਤ ਹੀ ਮਹੱਤਵ ਹੈ। ਤੇਜ਼ ਉਦਯੋਗੀਕਰਨ ਦੇਸ਼ ਦੇ ਆਰਥਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ਤੇ ਤੇਜ਼ ਉਦਯੋਗੀਕਰਨ ਵੱਡੇ ਉਦਯੋਗਾਂ ਨੂੰ ਵਿਕਸਿਤ ਕੀਤੇ ਬਿਨਾਂ ਸੰਭਵ ਨਹੀਂ ਹੈ। ਉਦਯੋਗੀਕਰਨ ਲਈ ਜ਼ਰੂਰੀ ਹੈ ਕਿ ਪੂੰਜੀਗਤ ਵਸਤੂਆਂ ਤੇ ਆਰਥਿਕ ਆਧਾਰਿਤ ਸੰਰਚਨਾਵਾਂ ਜਿਵੇਂ ਕਿ ਆਵਾਜਾਈ ਦੇ ਸਾਧਨ, ਬਿਜਲੀ ਸੰਚਾਰ ਵਿਵਸਥਾ ਆਦਿ ਵੱਡੇ ਪੈਮਾਨੇ ਦੇ ਉਦਯੋਗਾਂ ਦੁਆਰਾ ਹੀ ਉਪਲਬਧ ਕਰਵਾਈਆਂ ਜਾਂਦੀਆਂ ਹਨ। ਵੱਡੇ ਪੈਮਾਨੇ ਦੇ ਉਦਯੋਗੀਕਰਨ ਲਈ ਜ਼ਰੂਰੀ ਖੋਜ ਅਤੇ ਤਕਨੀਕ ਲਈ ਜ਼ਰੂਰੀ ਧਨ ਦਾ ਪ੍ਰਬੰਧ ਕਰਦੇ ਹਨ। ਇਸ ਤੋਂ ਇਲਾਵਾ ਮਤਲਬ ਇਹ ਸਾਰਾ ਕੁਐਸਚਨ ਇਹੀ ਹੈ। ਇਹ ਪੁਆਇੰਟਾਂ ਦੇ ਵਿੱਚ ਲਿਖੇ ਹੋਏ ਨੇ ਔਰ ਇਹ ਪੈਰਾ ਬਣਾ ਕੇ ਲਿਖਿਆ ਗਿਆ, ਤਾਂ ਤੁਸੀਂ ਇਹ ਪੈਰਾ ਨਾ ਲਿਖਣ ਦੇ ਬਜਾਏ ਪੁਆਇੰਟਾਂ ਦੇ ਵਿੱਚ ਲਿਖੀ ਦਿਓ, ਯਾਨੀ ਕਿ 2 ਕੁਐਸਚਨ 1 ਆਨਸਰ ਹੋ ਗਿਆ ਨਾ। ਇੱਥੇ ਤੁਹਾਡਾ ਇੱਕ ਕੁਐਸਚਨ ਘੱਟ ਹੋ ਗਿਆ, ਯਾਨੀ ਤੁਸੀਂ ਭਾਰਤ ਦੇ ਉਦਯੋਗੀਕਰਨ ਵਿੱਚ ਵੱਡੇ ਉਦਯੋਗ ਦਾ ਕੀ ਮਹੱਤਵ ਹੈ, ਵੱਡੇ ਉਦਯੋਗਾਂ ਦੇ ਮਹੱਤਤਾ ਕੀ ਹੈ, ਇਹ ਅਗਰ ਇਹ ਦੋਨੇ ਕੁਐਸਚਨ ਦੇ ਵਿੱਚ ਕੋਈ ਇੱਕ ਆ ਜਾਂਦਾਗਾ ਤਾਂ ਤੁਸੀਂ ਕੋਈ ਵੀ ਇੱਕ ਕੁਐਸਚਨ ਲਿਖ ਸਕਦੇ ਹੋ। ਪੁਆਇੰਟਾਂ ਵਾਲੇ ਲਿਖਣ ਦੀ ਕੋਸ਼ਿਸ਼ ਕਰਿਓ। ਠੀਕ ਹੈ ਜੀ। ਹੁਣ ਭਾਰਤ ਦੇ ਉਦਯੋਗੀਕਰਨ ਦੀ ਧੀਮੀ ਗਤੀ ਕਿਉਂ ਆ, ਠੀਕ ਹੈ ਜੀ, ਇਹਦੇ ਉੱਤੇ ਪੂਰੀ ਫੁੱਲ ਵੀਡੀਓ ਬਣੀ ਹੈ, ਚਾਹੇ ਤਾਂ ਉਹ ਦੇਖ ਲਿਓ। ਠੀਕ ਹੈ ਜੀ, ਤੁਹਾਨੂੰ ਪੂਰਾ ਕਨਸੈਪਟ ਕਲੀਅਰ ਹੋ ਜਾਊਗਾ। ਇਸ ਦੇ ਵਿੱਚ ਪੁਆਇੰਟ ਲਿਖੇ ਹਨ ਤਾਂ ਸਭ ਤੋਂ ਪਹਿਲਾਂ ਕੀ ਹੈ, ਪੂੰਜੀ ਦੀ ਲੋੜ ਹੁੰਦੀ ਹੈ। ਉਦਯੋਗਾਂ ਦੇ ਵਿਕਾਸ ਲਈ ਕੀ ਹੁੰਦੀ ਹੈ, ਪੂੰਜੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਭਾਰਤ ਦੇ ਵਿੱਚ ਗਰੀਬ ਲੋਕ ਨੇ ਤਾਂ ਇਹ ਪੂੰਜੀ ਦੀ ਲੋੜ ਜਿਹੜੀ ਹੈ ਉਹ ਜ਼ਿਆਦਾ ਪੂਰੀ ਨਹੀਂ ਕਰ ਪਾਉਂਦੇ ਹੈਗੇ ਤੇ ਉਦਯੋਗੀਕਰਨ ਦੀ ਜੋ ਗਤੀ ਹੈ ਉਹ ਧੀਮੀ ਹੋ ਜਾਂਦੀ ਹੈ। ਯਾਨੀ ਗਰੀਬੀ ਕੀ ਹੈ, ਇਹਦਾ ਕਾਰਨ ਹੈ ਉਦਯੋਗੀਕਰਨ ਨੂੰ ਤੇਜ਼ ਕਰਨ ਦੇ ਵਿੱਚ ਇਹ ਰੁਕਾਵਟ ਹੈ ਗਰੀਬੀ। ਭਾਰਤ ਵਿੱਚ ਨਿਪੁੰਨ ਮਜ਼ਦੂਰਾਂ ਦੀ ਘਾਟ ਹੈ। ਠੀਕ ਹੈ ਜੀ। ਆਧੁਨਿਕ ਉਦਯੋਗਾਂ ਨੂੰ ਉਚਿਤ ਢੰਗ ਨਾਲ ਚਲਾਉਣ ਦੇ ਲਈ ਆਪਾਂ ਨੂੰ ਕੁਸ਼ਲ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਇੰਡੀਆ ਦੇ ਵਿੱਚ ਹੈ ਨਹੀਂ। ਉਦਯੋਗਾਂ ਨੂੰ ਚਲਾਉਣ ਦੇ ਲਈ ਸਸਤੀ ਬਿਜਲੀ ਦੀ ਜ਼ਰੂਰਤ ਪੈਂਦੀ ਹੈ, ਜਦਕਿ ਉਦਯੋਗਾਂ ਨੂੰ ਸਸਤੀ ਬਿਜਲੀ ਨਹੀਂ ਮਿਲਦੀ ਹੈਗੀ, ਜਿਸ ਦੇ ਨਾਲ ਉਹਦੀ ਉਤਪਾਦਕ ਲਾਗਤ ਕੀ ਵੱਧ ਜਾਂਦੀ ਹੈ। ਠੀਕ ਹੈ ਜੀ। ਭਾਰਤ ਵਿੱਚ ਕੱਚਾ ਮਾਲ ਵੀ ਨਹੀਂ ਮਿਲਦਾ ਹੈ, ਜੇ ਮਿਲਦਾ ਹੈ ਤਾਂ ਕੀ ਮਿਲਦਾ, ਬਹੁਤ ਜ਼ਿਆਦਾ ਹਾਈ ਰੇਟ ਦੇ ਉੱਤੇ ਮਿਲਦਾ ਗਾ। ਠੀਕ ਹੈ ਜੀ। ਔਰ ਘਟੀਆ ਕਿਸਮ ਦਾ ਮਿਲਦਾ ਹੈ। ਠੀਕ ਹੈ ਜੀ। ਭਾਰਤ ਵਿੱਚ ਗਰੀਬ ਦੇਸ਼ ਹੈ। ਭਾਰਤ ਕੀ ਹੈ, ਇੱਕ ਗਰੀਬ ਦੇਸ਼ ਹੈ। ਗਰੀਬ ਦੇ ਕਾਰਨ ਬਚਤਾਂ ਵੀ ਨਹੀਂ ਹੁੰਦੀਆਂ, ਔਰ ਬਚਤਾਂ ਨਹੀਂ ਹੁੰਦੀਆਂ ਤਾਂ ਨਿਵੇਸ਼ ਵੀ ਨਹੀਂ ਹੁੰਦਾ। ਦੇਸ਼ ਵਿੱਚ ਆਵਾਜਾਈ ਅਤੇ ਸੰਚਾਰ ਦੇ ਸਾਧਨ ਕਿੰਨੇ ਘੱਟ ਵਿਕਸਿਤ ਹੋਏ ਹਨ, ਜੋ ਕਿ ਉਦਯੋਗੀਕਰਨ ਦੀ ਗਤੀ ਨੂੰ ਕੀ ਕਰਦੇ ਨੇ, ਧੀਮਾ ਕਰਦੇ ਨੇ। ਇਹਨਾਂ ਸਾਰੇ ਕਾਰਨਾਂ ਕਰਕੇ ਹੀ ਉਦਯੋਗੀਕਰਨ ਦੀ ਗਤੀ ਧੀਮੀ ਹੈ। ਇਹ ਸਾਰੇ ਕਾਰਨ ਨੇ ਗਰੀਬੀ, ਗਰੀਬੀ, ਸਾਖ ਦੀ ਸਹੂਲਤ, ਕੱਚੇ ਮਾਲ ਦੀ ਸਹੂਲਤ ਨਾ ਹੋਣਾ, ਨਿਪੁੰਨ ਮਜ਼ਦੂਰਾਂ ਦੀ ਘਾਟ ਹੋਣਾ। ਠੀਕ ਹੈ ਜੀ। ਇਹ ਸਾਰੇ ਨੇ ਉਦਯੋਗੀਕਰਨ ਦੇ ਵਿਕਾਸ ਦੇ ਵਿੱਚ ਰੁਕਾਵਟ ਨੇ। अपना 9th क्वेश्चन है जो लास्ट क्वेश्चन है, भारत ਵਿੱਚ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਸਰਕਾਰ ਦਾ ਕੀ ਯੋਗਦਾਨ ਹੈ। ਗਵਰਨਮੈਂਟ ਦੀ ਰੋਲ ਪੜ੍ਹਨੇ ਨੇ। ਭਾਰਤੀ ਅਰਥਵਿਵਸਥਾ ਦੀ ਆਰਥਿਕ ਗਤੀ ਨੂੰ ਤੇਜ਼ ਕਰਨ ਦੇ ਲਈ, ਆਤਮ ਨਿਰਭਰ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ, ਰੁਜ਼ਗਾਰ ਨੂੰ ਵਧਾਉਣ ਦੇ ਲਈ, ਆਮਦਨ ਨੂੰ ਵਧਾਉਣ ਦੇ ਲਈ ਸਰਕਾਰ ਨੇ 5 ਸਾਲਾ ਯੋਜਨਾਵਾਂ ਦੇ ਵਿੱਚ ਉਦਯੋਗਾਂ ਨੂੰ ਕੀ ਕਰਿਆ, ਆਪਣਾ ਮੇਨ ਮੋਟਿਵ ਬਣਾਇਆ ਕਿ ਉਦਯੋਗਾਂ ਦਾ ਵਿਕਾਸ ਕਰਨਾ ਗਾ। ਠੀਕ ਹੈ ਜੀ। ਤਾਂ ਇਹਦੇ ਲਈ ਸਰਕਾਰ ਨੇ ਕੀ ਕੀਤਾ ਗਾ, ਕਰਜ਼ੇ ਦੀ ਸਹੂਲਤ ਦਿੱਤੀ ਹੈ। ਇਹਦੇ ਲਈ ਸਰਕਾਰ ਨੇ ਕਈ ਸਾਰੇ ਸੰਸਥਾਵਾਂ ਨੂੰ ਸਥਾਪਿਤ ਕੀਤਾ ਗਿਆ। ਉਹਨਾਂ ਸੰਸਥਾਵਾਂ ਦੇ ਨਾਮ ਯਾਦ ਕਰ ਲਿਓ। ਉਦਯੋਗਿਕ ਵਿੱਤ ਨਿਗਮ, ਰਾਸ਼ਟਰੀ ਉਦਯੋਗਿਕ ਵਿਕਾਸ ਨਿਗਮ, ਪੁਨਰ ਵਿੱਤ ਨਿਗਮ, ਉਦਯੋਗਿਕ ਵਿਕਾਸ ਬੈਂਕ, UTI। ਠੀਕ ਹੈ ਜੀ।
ਇਹ ਸਾਰੇ ਆਰਗੇਨਾਈਜੇਸ਼ਨ ਨੂੰ ਸਟੈਬਲਿਸ਼ ਕੀਤਾ ਗਵਰਨਮੈਂਟ ਨੇ ਤਾਂ ਜੋ ਕਰਜ਼ੇ ਪ੍ਰਾਪਤ ਕਰ ਸਕਣ ਉਦਯੋਗ। ਠੀਕ ਹੈ ਜੀ। ਨੰਬਰ 2 ਤੇ ਬੁਨਿਆਦੀ ਉਦਯੋਗਾਂ ਦੀ ਸਥਾਪਨਾ ਕੀਤੀ ਹੈ, ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕੀਤਾ ਹੈ, ਬਿਜਲੀ ਖੇਤਰ ਦਾ ਵਿਕਾਸ ਕੀਤਾ ਹੈ, ਆਵਿਸ਼ਕਾਰ ਦੀ ਉન્નਤੀ ਕੀਤੀ ਹੈ, ਯਾਨੀ ਰਿਸਰਚ ਦਾ ਵੀ ਵਧੀਆ ਪ੍ਰਬੰਧ ਕੀਤਾ ਹੈ, ਨਿਰਯਾਤ ਪ੍ਰੋਤਸਾਹਨ ਅਤੇ ਆਯਾਤ ਪ੍ਰਤੀਸਥਾਪਨ। ਇਹਦਾ ਮਤਲਬ ਹੈ ਨਿਰਯਾਤ ਨੂੰ ਵਧਾਉਣਾ ਅਤੇ ਆਯਾਤ ਨੂੰ ਘਟਾਉਣਾ, ਪਿਛੜੇ ਖੇਤਰਾਂ ਦਾ ਉਦਯੋਗੀਕਰਨ ਕਰਨਾ, ਜਿਹੜੇ ਖੇਤਰਾਂ ਦੇ ਵਿੱਚ ਉਦਯੋਗ ਨਹੀਂ ਹਨ ਉਹਨਾਂ ਖੇਤਰਾਂ ਦੇ ਵਿੱਚ ਉਦਯੋਗ ਨੂੰ ਲਗਾਉਣਾ, ਬਿਮਾਰ ਉਦਯੋਗਿਕ ਇਕਾਈਆਂ ਨੂੰ ਮੁੜ ਬਹਾਲ ਕਰਨਾ, ਮੁੜ ਸ਼ੁਰੂ ਕਰਨਾ, ਤਕਨੀਕੀ ਵਿਕਾਸ ਬੋਰਡ ਦੀ ਸਥਾਪਨਾ ਕਰਨਾ ਜਿੱਥੋਂ ਤਕਨੀਕ ਦੀ ਜਾਣਕਾਰੀ ਮਿਲ ਸਕੇ। ਠੀਕ ਹੈ ਜੀ। ਨਵੀਂ ਉਦਯੋਗਿਕ ਨੀਤੀ ਅਪਣਾਈ ਗਈ ਤਾਂ ਜੋ ਨਵੇਂ ਉਹ ਲੈ ਕੇ ਆਏ ਜਾਣ, ਤਰੀਕੇ ਲੈ ਕੇ ਆਏ ਜਾਣ। तो फ्रेंड्स इत्थे अपने जो शॉर्ट क्वेश्चन आंसर और लॉन्ग क्वेश्चन आंसर खत्म हो जाते हैं। इस वीडियो दे विच इन्ना ही। एक वीडियो जो इस दे उत्ते पाऊंगी वो शायद 5-6 मिनट की होगी वीडियो, वो विच सिर्फ 1 वर्ड के क्वेश्चन मैं पाऊंगी इसी लैसन के नाल रिलेटेड। ठीक है जी। थोड़ी रिवीजन दे लई। ठीक है जी। वो इस क्वेश्चन आंसर नूं देखण तो बाद उस वीडियो नूं देख लियो और थोड़े जिहड़े वैरी शॉर्ट क्वेश्चन आंसर जिहड़े ने वो 1-1 नंबरां वाले वो सब उस वीडियो दे विच मैं पाऊंगी और थोड़े वो कंसैप्ट क्लीयर हो जाणगे। ठीक है जी। ये सीगा ਤੁਹਾਨੂੰ ਪੂਰਾ ਡਿਟੇਲਿੰਗ ਦੇ ਵਿੱਚ ਪੜ੍ਹਾਉਣ ਦਾ ਮੇਰਾ ਮਕਸਦ ਸੀਗਾ ਇਸ ਵੀਡੀਓ ਦੇ ਵਿੱਚ। ਪਹਿਲਾਂ ਮੈਂ ਤੁਹਾਨੂੰ ਲੈਸਨ ਇਸ ਕਰਕੇ ਪੜ੍ਹਾਉਂਦੀ ਸੀ ਤਾਂ ਜੋ ਪੂਰੀ ਡਿਟੇਲਿੰਗ ਦੇ ਵਿੱਚ ਹੋ ਜਾਵੇ, ਫਿਰ ਕੁਐਸਚਨ ਆਨਸਰ ਨੂੰ ਪੜ੍ਹਾਉਂਦੀ ਸੀ ਤਾਂ ਜੋ ਤੁਹਾਡਾ ਲੈਸਨ ਨੂੰ ਪੂਰਾ ਪੱਕਾ ਹੋ ਜਾਵੇ। ਹੁਣ ਉਹ ਸ਼ਾਰਟ ਕੁਐਸਚਨ ਆਨਸਰ ਪਾਉਂਗੀ ਤਾਂ ਜੋ ਤੁਹਾਡੇ ਜੋ ਮੈਮਰੀ ਹੈ ਥੋੜੀ ਉਹ ਕੀ ਹੋ ਸਕੇ, ਪੂਰੀ ਕਨਸੈਪਟ ਦੇ ਨਾਲ ਕਲੀਅਰ ਹੋ ਜਾਵੇ। ਠੀਕ ਹੈ ਜੀ। तो थैंक यू फॉर वॉचिंग माई वीडियो। उस वीडियो के विच वो वीडियो देख लियो। लास्ट वीडियो होगी थोड़ी 10th क्लास की इकोनॉमिक्स के नाल रिलेटेड। ठीक है जी। ओके, थैंक यू फॉर वॉचिंग माई वीडियो।